ਘਰਾਂ ਦੇ ਵਿੱਚ ਮਾਨਸਿਕ ਬਿਮਾਰੀਆਂ ਵੀ ਔਰ ਸਰੀਰਕ ਜਿਹੜੀਆਂ ਦਿੱਕਤਾਂ ਵੀ ਉਹ ਵੱਧ ਰਹੀਆਂ ਨੇ। ਕੀ ਕਾਰਨ ਹੈ ਜੀ ਉਹਨਾਂ ਦਾ? ਮੈਂ ਜ਼ਿਆਦਾਤਰ ਲੋਕਾਂ ਨੂੰ 40-45 ਸਾਲ ਦਿਆਂ ਨੂੰ ਬੇਨਤੀ ਕਰਦਾ ਕਿ ਲੱਸੀ, ਦਹੀਂ, ਦੁੱਧ ਤੇ ਦਾਲ, ਇਹ 4 ਚੀਜ਼ਾਂ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਕਿ ਜੇਕਰ ਤੁਹਾਨੂੰ ਕੋਈ ਬਿਮਾਰੀ ਲੱਗ ਗਈ ਤਾਂ ਉਹਦੇ ਕਰਕੇ ਤੁਹਾਡੀ ਗ੍ਰਸਤੀ ਜ਼ਿੰਦਗੀ ਠੀਕ ਨਹੀਂ। ਬੇਸ਼ੱਕ ਤੁਹਾਡੇ ਘਰ ਵਾਲੀ ਤੁਹਾਨੂੰ ਕੁਛ ਨਾ ਕਹੇ, ਪਰਿਵਾਰ ਤੁਹਾਡਾ ਤੁਹਾਡੇ ਨਾਲ 100% ਸਹਿਮਤ ਹੋਵੇ, ਪਰ ਬੰਦਾ ਅੰਦਰੋਂ ਅੰਦਰ ਹੀ ਝੁਰੀ ਜਾਂਦਾ ਗਾ ਵੀ ਮੈਂ ਵਾਈਫ ਕੋਲੇ ਜਾਣਾ, ਖਾਣੀਆਂ ਵੀ ਗੋਲੀਆਂ ਨੇ, ਨਸ਼ਾ ਵੀ ਕਰਨਾ ਗਾ, ਡੋਡੇ ਖਾ ਲਏ, ਕੋਈ ਹੋਰ ਚੀਜ਼ ਖਾ ਲਈ। ਨਸ਼ਾ ਕਰਕੇ ਗ੍ਰਸਤ ਦਾ ਟਾਈਮ ਵਧਾਉਣ ਲੱਗੇ ਆ, ਉਹ ਫਿਰ 1 ਚਮਚੇ ਤੋਂ ਸ਼ੁਰੂ ਹੋਏ ਨੇ ਤੇ ਲੀਟਰ ਤੱਕ ਟਾਈਮ ਵੀ ਵਧਾਈ ਜਾਂਦੇ। ਫੀਮ ਦੀ ਮੂੰਗੀ ਜਿੰਨੀ ਗੋਲੀ ਤੋਂ ਖਾਣੇ ਸ਼ੁਰੂ ਹੋਏ ਆ ਤੇ ਬੰਟਰ ਤੱਕ ਪਹੁੰਚ ਗਏ। ਇਸ ਕਰਕੇ ਇਹ ਚੀਜ਼ ਨੂੰ ਸਮਝਣਾ ਪੈਣਾ, ਜਦੋਂ ਗ੍ਰਸਤ ਵਾਲੇ ਪਾਸੇ ਨੂੰ ਜਿਹੜਾ ਕਲੇਸ਼ ਹੈ ਉਹ ਕਿਉਂ ਹੋ ਰਿਹਾ ਔਰ ਕਿਹਦੀ ਗਲਤੀ ਨਾ ਹੋ ਰਿਹਾ। ਕੁਝ ਕੁ ਬੋਲ ਨੇ, ਜੇਕਰ ਉਹ ਬੋਲ ਬੰਦੇ ਦੇ ਮਨ ਦੇ ਵਿੱਚ ਘਰ ਕਰ ਜਾਣ ਤਾਂ ਬੰਦਾ ਨਮਰਤ ਹੋ ਜਾਂਦਾ ਹੈ ਜਾਂ ਨਪੁੰਸਕ ਵੀ ਹੋ ਸਕਦਾ। ਬੰਦੇ ਨੇ ਸਾਰਾ ਦਿਨ ਕੰਮ ਕਰਕੇ ਆਉਣਾ ਹੈ, ਰੋਜ਼ ਹੱਸਦਾ ਬੰਦਾ ਤੁਹਾਨੂੰ ਕਦੇ ਨਹੀਂ ਮਿਲ ਸਕਦਾ। ਬੱਦਲ ਨੇ ਵੀ ਆਉਣਾ ਗਾ, ਧੁੱਪ ਨੇ ਵੀ ਆਉਣਾ, ਛਾਂ ਨੇ ਵੀ ਆਉਣਾ ਹੈ, ਕਈ ਤਰ੍ਹਾਂ ਦੇ ਮੌਸਮ ਨੇ, ਐਵੇਂ ਜਿਵੇਂ ਬੰਦਾ ਗਾ। ਹੁਣ ਬੰਦਾ ਆਇਆ ਤੇ ਅੱਜ ਉਹਦੇ ਤੋਂ ਗ੍ਰਸਤ ਠੀਕ ਨਹੀਂ ਹੋਇਆ ਤੇ ਲੇਡੀਜ਼ ਦੇ ਇੱਕੋ ਬੋਲ ਬੋਲਿਆ ਹੋਇਆ ਵੀ ਜੇ ਤੇ ਤੋਂ ਹੁੰਦਾ ਕੁਛ ਨਹੀਂ ਤੇ ਫਿਰ ਮੈਨੂੰ ਕਾਹਦੇ ਵਾਸਤੇ ਛੇੜਦਾ ਜਾਂ ਹੱਥ ਲਾਉਂਦਾ ਹੈ। ਹੁਣ ਇਹ ਸ਼ਬਦ ਜਿਹੜਾ ਗਾ, ਜਾਂ ਤਾਂ ਵਾਈਫ ਨੂੰ ਸਮਝ ਹੋਵੇ ਵੀ ਰਹਿਣਾ ਤਾਂ ਇਸੇ ਬੰਦੇ ਦੇ ਨਾਲ ਹੀ ਆ ਨਾ, ਜਾਣਾ ਕਿੱਥੇ ਹੈ। ਉਹ ਇੰਨਾ ਕੁ ਸ਼ਬਦ ਬੋਲਿਆ, ਵਾਈਫ ਨੇ ਬੋਲਤਾ, ਬੰਦੇ ਸੌਂ ਗਏ, ਗੱਲ ਖਤਮ ਹੋ ਗਈ। ਲੇਕਿਨ ਅਗਲੇ ਦਿਨ ਤੋਂ ਉਹ ਬੰਦੇ ਦੇ ਦਿਮਾਗ 'ਤੇ ਰੀਲ ਚੱਲ ਪਈ ਕਿ ਯਾਰ ਮੇਰੇ ਤੋਂ ਜਿਹੜੇ ਸ਼ਬਦ ਨੇ ਬੋਲੇ ਆ, ਹੁਣ ਮੈਨੂੰ ਕੀ ਕਰਨਾ ਚਾਹੀਦਾ। ਨਿੱਤ ਦਾ ਕਲੇਸ਼ ਹੈਗਾ, ਉਹ ਕਿਤੇ ਨਾ ਕਿਤੇ ਤੁਹਾਡੀ ਗ੍ਰਸਤੀ ਲਾਈਫ ਨੂੰ ਇਫੈਕਟ ਕਰਦਾ। ਸਰ ਹੁਣ ਤਾਂ ਲੋਕਾਂ ਦੇ ਸਰੀਰਕ ਕਲੇਸ਼ ਨੇ, ਲੋਕਾਂ ਦੇ ਸਰੀਰ 'ਚ ਬਲ ਨਹੀਂ ਰਿਹਾ, ਖੁਰਾਕ ਨਹੀਂ ਰਹੀ। ਖੁਰਾਕ ਤੋਂ ਇਲਾਵਾ ਸਾਡੇ ਕੋਲ ਖਾਣ ਪੀਣ ਦਾ ਉਹਨਾਂ ਸਾਧਨ ਹੈ ਨਹੀਂ, ਲੋਕ ਉਹਨੇ ਤਕੜੇ ਹੈ ਨਹੀਂ, ਖਾਸ ਕਰਕੇ ਨੌਜਵਾਨ ਜਵਾਕ ਆ ਜਿਹੜੇ, ਇਹੀ ਕੰਮ ਮੁੰਡਿਆਂ ਦਾ, ਜਿਹਨੂੰ ਲਗਾਤਾਰ ਪਿਸ਼ਾਬ ਦੇ ਵਿੱਚ ਧਾਤ ਆਈ ਜਾਂਦੀ ਹੈ, ਪਿਸ਼ਾਬ ਦੇ ਵਿੱਚ ਵੀੜ ਜਾਈ ਜਾਂਦਾ, ਸੁਪਨਦੋਸ਼ ਹੋਈ ਜਾਂਦਾ ਗਾ, ਤੇ ਉਸ ਬੰਦੇ ਨੇ ਕਦੋਂ 60 ਸਾਲ ਤੱਕ ਗ੍ਰਸਤੀ ਜ਼ਿੰਦਗੀ ਚੰਗੀ ਨਿਭਾ ਦੇਣੀ ਹੈ। ਲਕੋਰੀਆ ਪੈਦਾ ਹੋ ਰਿਹਾ ਗਾ, ਚਿਹਰੇ 'ਤੇ ਛਾਈਆਂ ਪੈ ਰਹੀਆਂ, ਉਮਰ ਤੋਂ ਪਹਿਲਾਂ ਲੜਕੀਆਂ ਮਾਨਸਿਕਤਾ ਦੀਆਂ ਸ਼ਿਕਾਰ ਹੋ ਕੇ ਡੇਟ ਬੰਦ ਹੋ ਰਹੀਆਂ, ਉਹਨਾਂ ਦੀ ਮਾਹਵਾਰੀ ਨਹੀਂ ਆ ਰਹੀ ਬਹੁਤ ਸਾਰੇ ਬੱਚਿਆਂ ਨੂੰ। ਪ੍ਰੀ ਮੈਚਿਓਰ ਲੜਕੀਆਂ ਮੈਚਿਓਰ ਹੋ ਰਹੀਆਂ ਨੇ, 7-7 8-8 ਸਾਲ ਦੀਆਂ ਲੜਕੀਆਂ ਨੂੰ ਡੇਟ ਆ ਰਹੀ ਹੈ। ਤਾਂ ਇਹ ਸਾਰਾ ਕੁਛ ਮਿਲਾ ਕੇ ਜਦੋਂ ਆਪਾਂ ਦੇਖੀਏ, ਇਹ ਕਿਤੇ ਨਾ ਕਿਤੇ ਸਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਭੁਚਾਲ ਖੜਾ ਕਰ ਰਿਹਾ। ਵੀਰ 'ਚ ਸਾਡੇ ਅੰਦਰ ਰਹਿੰਦਾ ਤੇ ਅੱਖਾਂ 'ਤੇ ਐਨਕਾਂ ਨਹੀਂ ਲੱਗਦੀਆਂ, ਵੀਰ 'ਚ ਸਾਡੇ ਅੰਦਰ ਰਹਿੰਦਾ ਤਾਂ ਅਸੀਂ ਤਕੜੇ ਰਹਿੰਦੇ ਹਾਂ, ਵੀਰ 'ਚ ਸਾਡੇ ਅੰਦਰ ਰਹਿੰਦਾ ਯਾਦ ਸ਼ਕਤੀ ਕੰਮ ਕਰਦੀ ਹੈ, ਵੀਰ 'ਚ ਅਸੀਂ ਬਚਾ ਕੇ ਰੱਖਦੇ ਹਾਂ ਤਾਂ ਅਸੀਂ ਤੰਦਰੁਸਤ ਹਾਂ। ਆਪਣੇ ਘਰ ਨੂੰ ਅਸੀਂ ਸਵਰਗ ਕਿਵੇਂ ਬਣਾ ਸਕਦੇ ਹਾਂ? ਸਾਰੇ ਹਾਲਾਤ, ਜੋ ਹਾਲਾਤ ਤੁਸੀਂ ਦੱਸੇ ਨੇ, ਕਿੱਦਾਂ ਦੇ ਹਾਲਾਤ ਨੇ, ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਿਆ ਕਿਵੇਂ ਜਾਵੇ? ਇਹ ਨਾ ਹੋਵੇ ਕਿ ਉਹ ਪਹਿਲਾਂ ਹੀ ਉਹਨੂੰ ਇੰਨੇ ਤਰ੍ਹਾਂ ਦੇ ਟੇਸਟ ਪਤਾ ਲੱਗ ਜਾਣ। ਬਹੁਤੇ ਤਰ੍ਹਾਂ ਦੀ ਗੋਭੀ ਖਾਣ ਵਾਲੇ ਨੂੰ ਨਾ ਜੀ ਫਿਰ ਘਰ ਦੀ ਗੋਭੀ ਸਵਾਦ ਲੱਗਣੋਂ ਹਟ ਜਾਂਦੀ ਹੈ। ਜਿਹੜਾ ਬੰਦਾ ਬਹੁਤੇ ਤਰ੍ਹਾਂ ਦੇ ਚਟਪਟੇ ਭੋਜਨ, ਮੇਰੀ ਗੱਲ ਨੂੰ ਸਮਝ ਜਾਣਾ ਲੋਕਾਂ ਨੇ, ਜੇ ਕਿਤੇ ਗਲਤੀ ਹੋ ਗਈ ਤਾਂ ਉਹ ਗਲਤੀ ਤੋਂ ਇੱਥੇ ਤੱਕ ਨਾ ਸਮਝੋ ਕਿ ਇਹ ਠੀਕ ਨਹੀਂ ਹੋ ਸਕਦੀ, ਪਰ ਉਹ ਗਲਤੀ ਛੱਡਣੀ ਤਾਂ ਪੈਣੀ ਹੈ ਨਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਘਰਾਂ ਦੇ ਵਿੱਚ ਨਵੀਆਂ ਬਿਮਾਰੀਆਂ ਪਨਪ ਰਹੀਆਂ ਨੇ। ਉਹ ਬਿਮਾਰੀਆਂ ਜੋ ਪਹਿਲਾਂ ਕਦੇ ਕਿਸੇ ਨੇ ਸੁਣੀਆਂ ਵੀ ਨਹੀਂ ਹੁੰਦੀਆਂ, ਜਾਂ ਉਹ ਬਿਮਾਰੀਆਂ ਜਿਨ੍ਹਾਂ ਬਾਬਤ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹੇ ਦੇ ਵਿੱਚ ਵੱਖ-ਵੱਖ ਮਾਨਸਿਕ ਤੇ ਸਰੀਰਕ ਬਿਮਾਰੀਆਂ ਜਿਹੜੀਆਂ ਬੰਦਿਆਂ ਤੇ ਔਰਤਾਂ ਨੂੰ ਇਸ ਵੇਲੇ ਲੱਗ ਰਹੀਆਂ ਨੇ, ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਪਰਿਵਾਰ ਹੈ, ਤਬਾਹੀ ਦੇ ਕੰਢੇ 'ਤੇ ਪਹੁੰਚ ਜਾਂਦਾ ਹੈ। ਅਜਿਹੇ ਦੇ ਵਿੱਚ ਉਹ ਕਿਹੜੀਆਂ ਬਿਮਾਰੀਆਂ ਨੇ, ਕਿਵੇਂ ਲੱਗਦੀਆਂ ਨੇ, ਘਰਾਂ ਦੇ ਵਿੱਚ ਜਿਹੜੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਕਿਉਂ ਖੜੀਆਂ ਹੁੰਦੀਆਂ ਨੇ, ਇਹਨਾਂ ਉੱਤੇ ਜੇਕਰ ਇਹ ਕਹਿ ਲਈਏ ਕਿ ਬਹੁਤ ਵੱਡੀ ਜਾਂਚ ਰੱਖਣ ਵਾਲੇ, ਬੜੀ ਸਮਝ ਰੱਖਣ ਵਾਲੇ ਵੈਦ ਜਗਦੀਪ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹ ਲੋਕਾਂ ਦੀ ਗ੍ਰਸਤੀ ਵਾਲੀ ਜ਼ਿੰਦਗੀ ਔਰ ਲੋਕਾਂ ਦੀ ਸਮਾਜਿਕ ਜ਼ਿੰਦਗੀ ਦੀ ਬਹੁਤ ਜਿਹੜੀ ਖੋਜ ਬਿਰਤੀ ਵਾਲੇ ਪਾਸੇ ਲੱਗੇ ਹੋਏ ਨੇ। ਬਹੁਤ ਜ਼ਿਆਦਾ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਆਪਣੀਆਂ ਸਮੱਸਿਆਵਾਂ ਉਹਨਾਂ ਨਾਲ ਦੱਸਦੇ ਨੇ, ਤੇ ਉਹ ਉਹਨਾਂ ਦਾ ਟਰੀਟਮੈਂਟ, ਇਲਾਜ ਹੈ ਜਿਹੜਾ ਆਪਣੇ ਢੰਗ ਨਾਲ, ਆਪਣੇ ਤਰੀਕੇ ਨਾਲ ਕਰਦੇ ਨੇ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਏ ਹੋ। ਪ੍ਰਮਾਤਮਾ ਕਰੇ ਕਿ ਸਾਰਾ ਸੰਸਾਰ ਸੁਖੀ ਹੋਣ,
ਲੋਕਾਂ ਨੂੰ ਰੋਗ ਮੁਕਤ ਸੰਸਾਰ ਬਣੇ, ਇਹੀ ਅਰਦਾਸ ਹੈ ਜੀ। ਤੇ ਵੈਦ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੋਇਆ ਕਿ ਇਸ ਵੇਲੇ ਘਰਾਂ ਦੇ ਵਿੱਚ ਮਾਨਸਿਕ ਬਿਮਾਰੀਆਂ ਵੀ ਔਰ ਸਰੀਰਿਕ ਜਿਹੜੀਆਂ ਦਿੱਕਤਾਂ ਵੀ ਉਹ ਵੱਧ ਰਹੀਆਂ ਨੇ, ਕੀ ਕਾਰਨ ਹੈ ਜੀ ਉਹਨਾਂ ਦਾ? ਫਰੂਕੀ ਸਾਹਿਬ, ਜਿਹੜੇ ਮਾਨਸਿਕਤਾ ਤੇ ਮਾਨਸਿਕ ਰੋਗੀ ਹੈ, ਦੋ ਤਰ੍ਹਾਂ ਦੇ ਰੋਗ ਪੈਦਾ ਹੋ ਗਏ ਅਲੱਗ-ਅਲੱਗ ਜੀ। ਮਾਨਸਿਕਤਾ ਜੇ ਘਰ ਦੀ ਲਾਈਏ ਤੇ ਨੌਜਵਾਨ ਬੱਚਿਆਂ ਤੋਂ ਆਪਾਂ ਸ਼ੁਰੂ ਹੋਈਏ। ਛੋਟਾ ਬੱਚਾ ਹੈਗਾ, ਪੜ੍ਹਾਈ ਦੇ ਵਿੱਚ ਉਹਦੇ ਮਾਂ-ਬਾਪ ਨੇ ਪੈਸੇ ਖਰਚੇ ਆ, ਡਿਗਰੀ ਕਰਾਈ ਆ, ਡਿਪਲੋਮਾ ਕਰਾਇਆ ਹੈਗਾ, ਪੈਸੇ ਖਰਚ ਤੇ ਜੋਬ ਹੈ ਨਹੀਂ, ਇਹ ਵੀ ਇੱਕ ਮਾਨਸਿਕਤਾ ਹੈ। ਮਦਰ ਫਾਦਰ ਟੀਚਰ ਨੇ, ਕੋਈ ਜੋਬ ਕਰਦੇ ਆ, ਕਿਤੇ ਕੰਮ ਕਰਦੇ ਆ, ਅਲੱਗ-ਅਲੱਗ ਜੋਬ 'ਤੇ ਗਏ ਆ, ਅਤੇ ਜਦੋਂ ਘਰ ਆਉਂਦੇ ਆ ਤਾਂ ਇੱਕ ਬੱਚਾ 20 ਸਾਲ ਦਾ 22 ਸਾਲ ਦਾ ਘਰ ਬੈਠਾ TV ਦੇਖ ਰਿਹਾ। ਬੇਸ਼ੱਕ ਮਾਂ ਬਾਪ ਉਹਨੂੰ ਕੁਛ ਨਾ ਕਹਿਣ, ਪਰ ਉਹ ਬੱਚਾ ਅੰਦਰ ਹੀ ਅੰਦਰ ਘੁੱਟ ਰਿਹਾ ਗਾ ਵੀ ਯਾਰ ਮੈਂ ਇਹਨਾਂ ਦਾ 10-5 ਲੱਖ ਰੁਪਈਆ ਲਵਾ ਕੇ ਅਤੇ ਮੇਰੇ ਕੋਲ ਜੋਬ ਹੈ ਨਹੀਂ, ਅਤੇ ਮੈਂ ਘਰ ਬੈਠਾ ਕੀ ਕਰਦਾ। ਇਸ ਮਾਨਸਿਕਤਾ ਨਾਲ ਵੀ ਲੋਕ ਬਿਮਾਰ ਹੋਏ ਆ। ਦੂਸਰੀ ਮਾਨਸਿਕਤਾ ਹੈਗੀ ਆ ਕਿ ਜਿਹੜੇ ਲੋਕ ਆਪਣੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਫਰਜ਼ ਕਰੋ ਕਿਸੇ ਵੀ ਗੱਲ ਤੋਂ ਡੀਮੋਟੀਵੇਟ ਹੋ ਗਏ, ਸਹੀ ਉਹਨਾਂ ਨੂੰ ਸਮਝ ਨਹੀਂ ਸੀ। ਆਪਾਂ ਪਹਿਲਾਂ ਬਹੁਤ ਵਿਸਥਾਰ ਨਾਲ ਹੱਥ-ਰੱਸੀ 'ਤੇ ਗ੍ਰਸਤੀ ਜ਼ਿੰਦਗੀ 'ਤੇ ਬਹੁਤ ਵੀਡੀਓ ਬਣਾਈਆਂ ਨੇ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਜਦੋਂ ਇੱਕ ਦੂਜੇ ਹਸਬੈਂਡ ਵਾਈਫ ਨੂੰ ਆਪਸ ਦੇ ਵਿੱਚ ਸਤਿਕਾਰ ਨਹੀਂ ਮਿਲਦਾ, ਸਪਰਸ਼ ਦਾ ਸਤਿਕਾਰ ਨਹੀਂ ਮਿਲਦਾ ਅਤੇ ਗ੍ਰਸਤ ਦਾ ਸਤਿਕਾਰ ਨਹੀਂ ਮਿਲਦਾ, ਇਹ ਵੀ ਇੱਕ ਮਾਨਸਿਕਤਾ ਦਾ ਰੋਗ ਧਾਰਨ ਕਰ ਜਾਂਦਾ ਹੈ। ਹੁਣ ਮਾਨਸਿਕ ਰੋਗੀ ਐਸੇ ਹੈ ਕਿ ਇੱਥੇ ਮਾਨਸਿਕਤਾ ਪੜ੍ਹਨੀ ਬੜੀ ਔਖੀ ਹੋ ਗਈ ਲੋਕਾਂ ਦੀ, ਕਿਉਂਕਿ ਹਰ ਰੋਜ਼ ਨਵਾਂ ਬੰਦਾ ਹੈਗਾ ਅਤੇ ਤਕਰੀਬਨ ਕੋਈ 700-800 ਪੇਸ਼ੈਂਟ ਆਪਾਂ ਦੇਖਦੇ ਹਾਂ ਇੱਕ ਹਫ਼ਤੇ ਦੇ ਵਿੱਚ। 2 ਦਿਨ ਤਾਂ ਮੈਂ ਆਪ ਹੀ ਮਰੀਜ਼ ਦੇਖਦਾ। ਉਹ ਪੜ੍ਹਨਾ ਇਸ ਕਰਕੇ ਔਖਾ ਹੋ ਗਿਆ ਵੀ ਪਹਿਲਾਂ ਗਲਤੀਆਂ ਅਸੀਂ ਆਪ ਕਰੀ ਗਏ ਹਾਂ ਅਤੇ ਹੁਣ ਗਲਤੀਆਂ ਕਰ ਕਰਕੇ ਹੰਡ ਗਏ ਹਾਂ, ਅਤੇ ਹੁਣ ਉਹ ਗਲਤੀਆਂ ਸੁਧਾਰਨ ਦਾ ਮੌਕਾ ਜੇ ਮਿਲਿਆ ਅਤੇ ਉਹ ਸਮਝਾਉਣ ਵਾਲਾ ਬੰਦਾ ਕੋਈ ਨਹੀਂ ਰਿਹਾ। ਮੈਂ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਕਹਿਣਾ ਵੀ ਤੁਸੀਂ ਹੱਥ-ਰੱਸੀ ਨਾ ਕਰੋ, ਪਰ ਇਹ ਗੱਲ ਮੇਰੇ ਨਾਲ ਜੁੜ ਕੇ ਕਹਿਣ ਵਾਲੇ ਬੰਦੇ ਹਜੇ ਵੀ ਬਹੁਤ ਘੱਟ ਹੈ ਜਿਨ੍ਹਾਂ ਨੇ ਹੱਥ-ਰੱਸੀ ਕੀਤੀ ਅਤੇ ਉਹ ਆ ਕੇ ਇੱਥੇ ਮੇਰੇ ਟੇਬਲ 'ਤੇ ਕਾਊਂਟਰ 'ਤੇ ਤਾਂ ਰੋਈ ਜਾਂਦੇ ਵੀ ਵੈਦ ਸਾਹਿਬ 1 ਮਹੀਨਾ ਰਹਿ ਗਿਆ ਵਿਆਹ ਨੂੰ, ਅਤੇ ਹੁਣ ਜਿਹੜੇ ਹਾਲਾਤ ਹੈ, ਕਿਉਂਕਿ ਪਹਿਲਾਂ ਵੀਰ 'ਚ ਤੁਸੀਂ ਨਹੀਂ ਸੰਭਾਲੜਿਆ ਅਤੇ ਹੁਣ ਇੰਦਰੀ ਨਹੀਂ ਸੰਭਾਲਣ ਨੂੰ ਤਿਆਰ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ। ਦੂਜੇ ਨੰਬਰ 'ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਦੋਂ ਬੰਦਾ ਵਿਆਹ ਕਰਾ ਲੈਂਦਾ, ਸ਼ਾਦੀ ਤੋਂ ਬਾਅਦ ਜਦੋਂ ਉਹ ਸਪਰਸ਼ ਦਾ ਜਿਹੜਾ ਗ੍ਰਸਤ ਉਹਨੂੰ ਮਿਲਣਾ ਚਾਹੀਦਾ, ਉਹ ਆਪ ਉਸ ਗੱਲ ਦੀ ਪੂਰਤੀ ਨਹੀਂ ਕਰ ਪਾਉਂਦਾ ਅਤੇ ਪਰਿਵਾਰ ਦੇ ਬੋਲੇ ਹੋਏ ਜਿਹੜੇ ਸ਼ਬਦ ਆ ਉਹ ਜਦੋਂ ਉਹਦੀ ਦਿਮਾਗ ਦੇ ਉੱਤੇ ਚੱਲਦੀ ਹੈ, ਇਹ ਸਭ ਤੋਂ ਵੱਡੀ ਮਾਨਸਿਕਤਾ ਖਰਾਬ ਹੋ ਰਹੀ ਹੈ। ਵਾਈਫ ਨੇ ਬੰਦੇ ਨੂੰ ਸਿਰਫ ਇੰਨੀ ਗੱਲ ਕਹਿਤੀ ਵੀ ਤੁਸੀਂ ਨਹੀਂ ਠੀਕ ਹੈਗੇ ਦਵਾਈ ਲੈ ਲਓ, ਵੀ ਨਹੀਂ ਠੀਕ ਹੈਗੇ। ਬਹੁਤ ਸਾਰੇ ਕੰਪਰੋਮਾਈਜ਼ ਨੇ। ਸਿਆਣੀਆਂ ਔਰਤਾਂ ਵੀ ਹੈਗੀਆਂ, ਲੜਕੀਆਂ ਬੜੀਆਂ ਸਿਆਣੀਆਂ ਜਿਨ੍ਹਾਂ ਦੇ ਘਰ ਵਾਲੇ ਨਹੀਂ ਠੀਕ ਗ੍ਰਸਤ ਕਰ ਪਾਏ, ਸਮਝਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਬੰਦਾ ਸ਼ੱਕੀ ਮਿਜ਼ਾਜ ਹੋ ਗਿਆ ਵੀ ਵੈਦ ਸਾਹਿਬ ਮੈਂ ਠੀਕ ਨਹੀਂ ਸੈਕਸ ਕਰ ਪਾ ਰਿਹਾ ਅਤੇ ਮੈਨੂੰ ਲੱਗਦਾ ਵੀ ਮੇਰੀ ਵਾਈਫ ਦਾ। ਇਹੋ ਜਿਹੇ ਵੀ ਲੋਕਾਂ ਨੇ ਆ ਕੇ ਆਪਣੀਆਂ ਗੱਲਾਂ ਕੀਤੀਆਂ ਨੇ। ਬਹੁਤ ਥਾਵਾਂ 'ਤੇ ਮਾਨਸਿਕਤਾ ਇਸ ਕਰਕੇ ਖਰਾਬ ਹੋ ਗਈ ਹੈ ਕਿ ਬੰਦਾ ਕੰਮ ਦੇ ਵਿੱਚ ਹੀ ਇੰਨਾ ਵਿਚਰ ਗਿਆ ਅਤੇ ਪਰਿਵਾਰ ਕੋਲ ਟਾਈਮ ਨਹੀਂ ਦੇਣ ਨੂੰ, ਪਰਿਵਾਰ ਦੇ ਨਾਲ ਕਿਤੇ ਜਾਣ ਵਾਸਤੇ ਟਾਈਮ ਨਹੀਂ ਹੈਗਾ। ਸਾਰੀ ਦਿਹਾੜੀ ਕੰਮ ਦੀਆਂ ਗੱਲਾਂ, ਕੰਮ ਤੋਂ ਘਰੇ, ਘਰ ਤੋਂ ਕੰਮ 'ਤੇ ਪਰਿਵਾਰ ਇਸ ਕਰਕੇ ਵੀ ਮਾਨਸਿਕਤਾ ਵਾਲੇ ਪਾਸੇ ਨੂੰ ਚਲਿਆ ਗਿਆ ਵੀ ਇਹ ਸਾਨੂੰ ਟਾਈਮ ਹੀ ਨਹੀਂ ਜਦੋਂ ਦਿੰਦਾ ਅਤੇ ਇਹਨੇ ਪੈਸੇ ਖਾਣੇ ਆ ਅਤੇ ਕਰਨੇ ਕੀ ਹੈ। ਇਹ ਵੀ ਇੱਕ ਮਾਨਸਿਕਤਾ ਹੈ। ਤੀਸਰੀ ਮਾਨਸਿਕਤਾ ਜਿਹੜੀ ਮੈਂ ਬਹੁਤ ਵੱਡੇ ਲੈਵਲ 'ਤੇ ਦੇਖੀ ਹੈ ਕਿ ਜੇਕਰ ਤੁਹਾਨੂੰ ਕੋਈ ਬਿਮਾਰੀ ਲੱਗ ਗਈ ਅਤੇ ਉਹਦੇ ਕਰਕੇ ਤੁਹਾਡੀ ਗ੍ਰਸਤੀ ਜ਼ਿੰਦਗੀ ਠੀਕ ਨਹੀਂ, ਬੇਸ਼ੱਕ ਤੁਹਾਡੇ ਘਰ ਵਾਲੀ ਤੁਹਾਨੂੰ ਕੁਛ ਨਾ ਕਹੇ, ਪਰਿਵਾਰ ਤੁਹਾਡੇ ਨਾਲ 100% ਸਹਿਮਤ ਹੋਵੇ, ਪਰ ਬੰਦਾ ਅੰਦਰੋਂ ਅੰਦਰ ਹੀ ਝੁਰੀ ਜਾਂਦਾ ਗਾ ਵੀ ਯਾਰ ਕਿਤੇ ਐਸਾ ਕੋਈ ਰਿਲੇਸ਼ਨ ਇਹਦਾ ਕਿਤੇ ਬਾਹਰ ਨਾ ਹੋਵੇ। ਉਹ ਪਰਿਵਾਰ ਕੰਪਰੋਮਾਈਜ਼ ਕਰ ਰਿਹਾ ਅਤੇ ਬੰਦਾ ਸ਼ੱਕੀ ਹੈ। ਇਹ ਵੀ ਮਾਨਸਿਕਤਾ ਦੇ ਰੋਗ ਮੈਂ ਬਹੁਤ ਸਾਰੇ ਆਪਦੀ ਲਾਈਫ 'ਚ ਦੇਖੇ ਆ, ਜਿਹੜੇ ਮੈਂ ਪ੍ਰੈਕਟਿਸ 'ਚ ਲੋਕਾਂ ਨੂੰ ਮਿਲਦਾ। ਇਹੋ ਜਿਹੇ ਮਾਨਸਿਕ ਰੋਗੀ ਮੈਂ ਦੇਖੇ ਆ ਵੀ ਜਿਹੜੇ ਲੋਕ ਟੁੱਟ ਚੁੱਕੇ ਆ, ਹਾਰ ਚੁੱਕੇ ਆ ਜ਼ਿੰਦਗੀ ਤੋਂ। 25 ਸਾਲ ਦਾ 30 ਸਾਲ ਦਾ ਬੱਚਾ ਜਦੋਂ
ਵਿਆਹ ਤੋਂ ਪਹਿਲਾਂ ਆ ਕੇ ਕਹਿੰਦਾ ਵੀ ਮੇਰੀ ਗ੍ਰਸਤੀ ਜ਼ਿੰਦਗੀ ਠੀਕ ਨਹੀਂ, ਪਤਾ ਨਹੀਂ ਬਣਨਾ ਕੀ ਹੈ। ਬਹੁਤ ਸਾਰੇ ਬੱਚੇ ਕਹਿੰਦੇ ਆ ਵਾਈਫ ਕੈਨੇਡਾ ਗਈ ਹੈ, ਵੈਸਾ ਮੈਂ ਇੱਥੋਂ ਜਾ ਕੇ ਅਗਰ ਪ੍ਰੋਪਰ ਕੋਈ ਨਾ ਸੈਕਸ ਕਰ ਪਾਇਆ, ਓਪਨ ਕੰਟਰੀ ਨੇ, ਉੱਥੇ ਪਤਾ ਨਹੀਂ ਉਹਦੇ ਨਾਲ ਨਾ ਸੈਟਿਸਫਾਈਡ ਗ੍ਰਸਤੀ ਜ਼ਿੰਦਗੀ ਰਹੀ ਅਤੇ ਮੇਰਾ ਬਣਨਾ ਕੀ ਹੈ। ਇਸ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਮਾਨਸਿਕਤਾ ਜਿਹੜੀਆਂ ਉਹ ਲੋਕਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਖਾਸ ਕਰਕੇ ਲੋਕ 90% ਜਿਹੜੇ ਮੈਂ ਮਾਨਸਿਕ ਰੋਗੀ ਦੇਖੇ ਆ, ਉਹ ਉਹੀ ਰੋਗ ਦੇਖੇ ਆ ਵੀ ਜਿਹੜੇ ਲੋਕ ਕੰਮ ਨਹੀਂ ਕਰਦੇ, ਸਾਰਾ ਦਿਨ ਵਿਹਲੇ ਹੈ, ਸਵੇਰ ਤੋਂ ਸ਼ਾਮ ਤੱਕ ਪੋਰਨ ਮੂਵੀਆਂ ਦੇਖ ਰਹੇ ਹੈ, ਗ੍ਰਸਤੀ ਜ਼ਿੰਦਗੀ ਖਰਾਬ ਕਰ ਰਹੇ ਹੈ। ਲਗਾਤਾਰ TV ਤਾਂ ਤੁਸੀਂ 10 ਘੰਟੇ ਦੇਖ ਲਓ ਤਾਂ ਤੁਹਾਡੇ ਦਿਮਾਗ ਦਾ ਪਾਣੀ ਹਿੱਲਣ ਲੱਗ ਜਾਂਦਾ ਹੈ। ਅਤੇ ਜਿਹੜਾ ਜਵਾਕ ਸਵੇਰੇ 9 ਵਜੇ ਤੋਂ ਲੈ ਕੇ ਫੋਨ ਚੱਕ ਕੇ ਰਾਤ ਦੇ 10 ਵਜੇ ਤੱਕ ਕੰਮ ਕਰੀ ਜਾਂਦਾ, ਉਹਨੇ ਪਤਾ ਨਹੀਂ ਕਿਹੜਾ ਐਮਾਜ਼ੋਨ ਦਾ ਮਾਲਕ ਆ ਉਹਦੀ ਮਾਨਸਿਕਤਾ ਕਿਵੇਂ ਪੜ੍ਹੀ ਜਾ ਸਕਦੀ। ਅਤੇ ਘਰ ਦੇ ਉਹਨੂੰ ਪੁੱਛਣ ਨੂੰ ਤਿਆਰ ਨਹੀਂ ਵੀ ਸਵੇਰ ਤੋਂ ਸ਼ਾਮ ਤੱਕ ਫੋਨ ਹੀ ਚਲਾਈ ਜਾਂਦਾ, ਇਹਨੇ ਕਾਰੋਬਾਰ ਕਿਹੜਾ ਕਰਨਾ ਗਾ। ਇਹ ਵੀ ਇੱਕ ਮਾਨਸਿਕਤਾ ਖਰਾਬ ਹੋ ਰਹੀ ਹੈ। ਫੋਨ ਨੇ ਜਿੱਥੇ ਮੱਤ ਸਾਡੇ ਮੁੰਡਿਆਂ ਦੀ ਮਾਰੀ, ਉੱਥੇ ਲੜਕੀਆਂ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕਰੈਕਟਰ ਦੇਖੇ ਗਏ ਆ ਜਿਨ੍ਹਾਂ ਕਰਕੇ ਲੜਕੀਆਂ ਦੇ ਵਿੱਚ ਬੈਡ ਹੈਬਿਟਸ ਪੈਦਾ ਹੋ ਰਹੀਆਂ ਨੇ, ਲਕੋਰੀਆ ਪੈਦਾ ਹੋ ਰਿਹਾ ਗਾ, ਚਿਹਰੇ 'ਤੇ ਛਾਈਆਂ ਪੈ ਰਹੀਆਂ। ਉਮਰ ਤੋਂ ਪਹਿਲਾਂ ਲੜਕੀਆਂ ਮਾਨਸਿਕਤਾ ਦੀ ਸ਼ਿਕਾਰ ਹੋ ਕੇ ਡੇਟ ਬੰਦ ਹੋ ਰਹੀਆਂ, ਉਹਨਾਂ ਦੀ ਮਾਹਵਾਰੀ ਨਹੀਂ ਆ ਰਹੀ। ਬਹੁਤ ਸਾਰੇ ਬੱਚਿਆਂ ਨੂੰ ਪ੍ਰੀ ਮੈਚਿਓਰ ਲੜਕੀਆਂ ਮੈਚਿਓਰ ਹੋ ਰਹੀਆਂ ਨੇ, 7-7 8-8 ਸਾਲ ਦੀਆਂ ਲੜਕੀਆਂ ਨੂੰ ਡੇਟ ਆ ਰਹੀ ਹੈ। ਤਾਂ ਇਹ ਸਾਰਾ ਕੁਛ ਮਿਲਾ ਕੇ ਜਦੋਂ ਆਪਾਂ ਦੇਖੀਏ, ਇਹ ਕਿਤੇ ਨਾ ਕਿਤੇ ਸਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਭੁਚਾਲ ਖੜਾ ਕਰ ਰਿਹਾ, ਜਿਹਦੇ ਕਰਕੇ ਅਸੰਤੁਸ਼ਟ ਲੋਕ ਨੇ ਔਰ ਜਿਨ੍ਹਾਂ ਦੇ ਕਰਕੇ ਲਾਈਫ ਬਹੁਤ ਵੱਡੀ ਡਿਸਟਰਬੈਂਸ ਦੇ ਵਿੱਚ ਜਾ ਰਹੀ ਹੈ ਜੀ। ਹਾਂਜੀ ਵੈ ਜੀ, ਸਵਾਲ ਤਾਂ ਇੱਥੇ ਇਹ ਪੈਦਾ ਹੁੰਦਾ ਹੈ ਕਿ ਨਿੱਤ ਦਾ ਕਲੇਸ਼ ਹੈਗਾ, ਉਹ ਕਿਤੇ ਨਾ ਕਿਤੇ ਤੁਹਾਡੀ ਗ੍ਰਸਤੀ ਲਾਈਫ ਨੂੰ ਇਫੈਕਟ ਕਰਦਾ। ਸਰ, ਜਿਹੜਾ ਕਲੇਸ਼ ਤਾਂ ਪੈਸੇ ਨੂੰ ਲੈ ਕੇ ਸੀ, ਉਹ ਤਾਂ ਹੁਣ 90% ਲੋਕਾਂ ਦੇ ਘਰਾਂ 'ਚੋਂ ਖਤਮ ਹੋ ਗਿਆ। ਕੰਮ ਕਰਨ ਵਾਲੇ ਬੰਦੇ ਜਿਹੜੇ ਆ, ਉਹ ਮੇਰਾ ਖਿਆਲ ਵੀ ਸਫੀਸ਼ੀਐਂਟ ਕੰਮ ਜਿਹੜੇ ਲੋਕ ਕਰ ਰਹੇ ਆ। ਹੁਣ ਤਾਂ ਲੋਕਾਂ ਦੇ ਸਰੀਰਕ ਕਲੇਸ਼ ਨੇ, ਲੋਕਾਂ ਦੇ ਸਰੀਰ 'ਚ ਬਲ ਨਹੀਂ ਰਿਹਾ, ਖੁਰਾਕ ਨਹੀਂ ਰਹੀ। ਖੁਰਾਕ ਤੋਂ ਇਲਾਵਾ ਸਾਡੇ ਕੋਲ ਖਾਣ ਪੀਣ ਦਾ ਉਹਨਾਂ ਸਾਧਨ ਹੈ ਨਹੀਂ, ਲੋਕ ਉਨੇ ਤਕੜੇ ਹੈ ਨਹੀਂ। ਖਾਸ ਕਰਕੇ ਨੌਜਵਾਨ ਜਵਾਕ ਆ ਜਿਹੜੇ ਬੱਚੇ, ਉਨੇ ਤਕੜੇ ਹੈ ਨਹੀਂ ਗੇ। ਲੇਡੀਜ਼ ਦੇ ਅੰਦਰ ਇੱਕ ਬੱਚਾ ਪੈਦਾ ਕਰਨ ਤੋਂ ਬਾਅਦ ਬੱਚਾ ਪੈਦਾ ਕਰਨ ਦੀ ਸ਼ਮਤਾ ਘਟ ਗਈ, ਕਮਜ਼ੋਰੀਆਂ ਨੇ, ਬੈਕ ਪੇਨ ਹੋ ਰਹੀ ਆ, ਛਾਈਆਂ ਨੇ ਚਿਹਰੇ 'ਤੇ, ਲਕੋਰੀਆ ਗਾ। ਇਸ ਤੋਂ ਇਲਾਵਾ ਸਰੀਰ 'ਚ ਜਾਨ ਹੈ ਨਹੀਂ ਗੀ। 25 ਸਾਲ ਦੀ ਲੜਕੀ ਦੀ ਬੈਕ ਪੇਨ ਦੇ ਨਾਲ ਕਈ ਤਰ੍ਹਾਂ ਦੇ ਹਾਰਮੋਨਲਸ ਇਨਬੈਲੈਂਸ ਹੋ ਰਹੇ ਆ। ਇਹੀ ਕੰਮ ਮੁੰਡਿਆਂ ਦਾ, ਜਿਹਨੂੰ ਲਗਾਤਾਰ ਪਿਸ਼ਾਬ ਦੇ ਵਿੱਚ ਧਾਤ ਆਈ ਜਾਂਦੀ ਹੈ, ਪਿਸ਼ਾਬ ਦੇ ਵਿੱਚ ਵੀੜ ਜਾਈ ਜਾਂਦਾ, ਸੁਪਨ ਦੋਸ਼ ਹੋਈ ਜਾਂਦਾ ਗਾ। ਅਤੇ ਉਸ ਬੰਦੇ ਨੇ ਕਦੋਂ 60 ਸਾਲ ਤੱਕ ਗ੍ਰਸਤੀ ਜ਼ਿੰਦਗੀ ਚੰਗੀ ਨਿਭਾ ਦੇਣੀ ਹੈ। ਇਸ ਕਰਕੇ ਸਰੀਰ ਜਦੋਂ ਤੱਕ ਬਲਵਰਧਕ ਹੈ, ਉਹਨਾਂ ਚਿਰ ਤੁਸੀਂ ਚਾਹੇ ਸਰੀਰਕ ਲੜਾਈ ਹੈ, ਮਾਨਸਿਕ ਲੜਾਈ ਹੈ, ਅਤੇ ਚਾਹੇ ਤੁਹਾਡੇ ਕਾਰੋਬਾਰ ਦੀ ਲੜਾਈ ਹੈ, ਲੜੂਗਾ ਤਾਂ ਸਰੀਰ ਹੀ ਨਾ। ਸਰੀਰ ਜੇ ਬਲਵਰਧਕ ਹੋਊਗਾ ਤਾਂਹੀਓ ਤੁਸੀਂ ਕਿਸੇ ਵੀ ਚੀਜ਼ ਦਾ ਸਾਹਮਣਾ ਕਰ ਸਕਦੇ ਹੋ, ਚਾਹੇ ਤੁਹਾਡੀ ਦੁਸ਼ਮਣੀ ਕਿਉਂ ਨਾ ਕਿਸੇ ਨਾਲ ਹੋਵੇ। ਜੇ ਸਰੀਰ 'ਚ ਹੀ ਜਾਨ ਹੈ ਨਹੀਂ ਗੀ ਤਾਂ ਤੁਸੀਂ ਲੜੋਗੇ ਕਾਹਦੇ ਨਾਲ। ਸਰੀਰ ਓਨੇ ਤਾਕਤਵਰ ਨਾ ਰਹਿਣ ਦਾ ਵੀ ਇੱਕ ਕਾਰਨ ਹੈ ਕਿ ਸਾਨੂੰ ਸਮਝ ਨਹੀਂ ਹੈਗੀ। ਔਰ ਅਸੀਂ ਵੀਰਜ ਦੀ ਉਤਪੱਤੀ ਨੂੰ, ਵੀਰਜ ਨੂੰ ਲੈ ਕੇ ਉਹਨੇ ਅੱਜ ਵੀ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਏ ਕਿ ਵੀਰਜ ਹੀ ਸਾਡੀ ਜ਼ਿੰਦਗੀ ਹੈ। ਵੀਰਜ ਸਾਡੇ ਅੰਦਰ ਰਹਿੰਦਾ ਅਤੇ ਅੱਖਾਂ 'ਤੇ ਐਨਕਾਂ ਨਹੀਂ ਲੱਗਦੀਆਂ। ਵੀਰਜ ਸਾਡੇ ਅੰਦਰ ਰਹਿੰਦਾ ਤਾਂ ਅਸੀਂ ਤਕੜੇ ਰਹਿੰਦੇ ਹਾਂ। ਵੀਰਜ ਸਾਡੇ ਅੰਦਰ ਰਹਿੰਦਾ, ਯਾਦ ਸ਼ਕਤੀ ਕੰਮ ਕਰਦੀ ਹੈ। ਵੀਰਜ ਅਸੀਂ ਬਚਾ ਕੇ ਰੱਖਦੇ ਹਾਂ ਤਾਂ ਅਸੀਂ ਤੰਦਰੁਸਤ ਹੈ। ਹੁਣ ਤੁਸੀਂ ਦੇਖੋ ਵੀ ਹਰੇਕ ਗ੍ਰਸਤੀ ਇੱਕੋ ਜਿਹੀ ਨਹੀਂ ਹੋ ਸਕਦੀ। ਹੱਥ ਰੱਸੀ ਕਰਨ ਤੋਂ ਬਾਅਦ ਹਰ ਬੰਦਾ ਪਛਤਾਈ ਜਾਂਦਾ। ਉਹ ਜਿੰਨੀ ਵਾਰ ਵੀ ਹੱਥ ਰੱਸੀ ਕਰਦਾ, ਜਦੋਂ ਸਿਮਨ ਨੂੰ ਡਿਸਚਾਰਜ ਕਰਤਾ ਉਸ ਤੋਂ ਬਾਅਦ ਪਛਤਾਉਣ ਲੱਗ ਗਿਆ ਵੀ ਨਹੀਂ ਯਾਰ ਗਲਤ ਹੋ ਗਿਆ ਕੰਮ। ਇਹ ਹੋ ਸਕਦਾ ਇੱਕ ਵਾਰ ਗਲਤੀ ਹੋ ਜਾਏ, 2 ਵਾਰ ਹੋ ਜਾਏ, 10। ਹੁਣ ਇੱਥੇ ਤਾਂ 5-5 7-7 ਸਾਲ ਤੋਂ ਜਿਹੜਾ ਬੰਦਾ ਇੱਕੋ ਹੀ ਗਲਤੀ ਕਰੀ ਜਾਂਦਾ, ਇਹਦਾ ਮਤਲਬ ਉਹਨੂੰ ਹਜੇ ਸਮਝ ਹੈ ਨਹੀਂ। ਸਮਝ ਕਦੋਂ ਲੱਗਣੀ ਹੈ? ਜਦੋਂ ਵੇਲਾ ਬੀਤ ਗਿਆ। ਤਾਂ ਉਹ ਚੀਜ਼ਾਂ ਕਰਕੇ ਵੀ ਗ੍ਰਸਤੀ ਜ਼ਿੰਦਗੀ ਕਰਕੇ ਕਲੇਸ਼ ਨੇ ਲੋਕਾਂ ਦੇ ਘਰਾਂ 'ਚ। ਮਾਨਸਿਕ ਤੌਰ 'ਤੇ ਲੋਕ ਬਿਮਾਰ ਹੋ ਰਹੇ ਆ, ਲਾਈਫ ਅੱਛੀ ਨਹੀਂ ਹੈਗੀ, ਖੁਸ਼ੀਆਂ ਹੈ ਨਹੀਂ ਗੀਆਂ। ਔਰ ਔਰਤਾਂ ਦੇ ਅੰਦਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਪਰਸ਼ ਨੂੰ ਲੈ ਕੇ ਸੈਕਸ ਕੀਤਾ ਜਾਂਦਾ ਹੈ। ਉਹ ਸਪਰਸ਼ ਬੰਦਿਆਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈਗਾ। ਲੋਕ ਸਿਰਫ ਗ੍ਰਸਤ ਕਰਕੇ ਹੀ ਵਾਈਫ ਦੇ ਨੇੜੇ ਜਾਣ ਲੱਗ ਗਏ। ਅੱਖਾਂ ਦਾ ਸਪਰਸ਼ ਖਤਮ ਹੋ ਗਿਆ, ਸਤਿਕਾਰ ਦਾ ਸਪਰਸ਼ ਖਤਮ ਹੋ ਗਿਆ। ਸਤਿਕਾਰ ਦੇ ਨਾਲ ਨਾਲ ਵਾਈਫ ਦੇ ਨਾਲ ਪ੍ਰੇਮ ਭਾਵਨਾ, ਮੈਂ ਕਹਿੰਦਾ ਬਿਨਾਂ ਗ੍ਰਸਤ ਤੋਂ ਵੀ ਜ਼ਿੰਦਗੀ ਜਿਉਂ ਹੀ ਜਾ ਸਕਦੀ ਹੈ, ਪਰ ਇੰਨਾ ਗੂੜਾ ਪ੍ਰੇਮ ਤਾਂ ਪਹਿਲਾਂ ਪਰਿਵਾਰ ਦੇ ਵਿੱਚ ਬਣਿਆ ਹੋਵੇ।
ਜਦੋਂ ਅਸੀਂ ਜਾਣੇ ਹੀ ਵਾਈਫ ਕੋਲ ਇਸ ਕਰਕੇ ਵੀ ਅਸੀਂ ਇਕੱਲਾ ਗ੍ਰਸਤ ਕਰਨਾ ਤੇ ਬਾਕੀ ਟਾਈਮ 'ਚ ਤਿਰਸਕਾਰ ਕਰਦੇ ਹਾਂ, ਤਾਂ ਉਹ ਵੀ ਕਿਤੇ ਨਾ ਕਿਤੇ ਪਰਿਵਾਰ ਦਾ ਕਲੇਸ਼ ਦਾ ਇੱਕ ਕਾਰਨ ਹੈ ਜੀ। ਫਿਰ ਵੈਦ ਜੀ ਇੱਕ ਸਵਾਲ ਬੜਾ ਅਹਿਮ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਇਸ ਵੇਲੇ ਕੁਛ ਕੁ ਬੋਲ ਨੇ, ਜੇਕਰ ਉਹ ਬੋਲ ਬੰਦੇ ਦੇ ਮਨ ਦੇ ਵਿੱਚ ਘਰ ਕਰ ਜਾਣ ਤਾਂ ਬੰਦਾ ਨਮਰਦ ਹੋ ਜਾਂਦਾ ਜਾਂ ਨਪੁੰਸਕ ਵੀ ਹੋ ਸਕਦਾ। ਦੇਖੋ ਜੀ ਫਰੂਕੀ ਸਾਹਿਬ, ਮੇਨ ਗੱਲ ਇਹ ਆ ਵੀ ਜਾਂ ਤਾਂ ਜਦੋਂ ਵਾਈਫ ਤੇ ਹਸਬੈਂਡ ਗ੍ਰਸਤ ਕਰਦੇ ਆ, ਇੱਕ ਗੱਲ ਸਮਝਣੀ ਪੈਣੀ ਆ, ਉਹ ਲੜਕੇ ਤੇ ਵੀ ਗੱਲ ਇਹ ਢੁਕਦੀ ਹੈ ਤੇ ਕੁੜੀ ਤੇ ਵੀ ਢੁਕਦੀ ਹੈ। ਇਹ ਲੋਕਾਂ ਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰ ਰਹੇ ਹਾਂ। ਗ੍ਰਸਤ ਕਰਨ ਲੱਗਿਆ ਬੰਦਾ, ਬਾਹਰੋਂ ਆਇਆ ਹਫ਼ਤੇ 10 ਦਿਨ ਬਾਅਦ, ਕੈਨੇਡਾ ਅਮਰੀਕਾ 'ਚ ਆਮ ਗੱਲ ਆ। ਇੱਥੇ ਵੀ ਹੁਣ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਲੇਸ਼ ਅਸੀਂ ਦੇਖੇ ਆ, ਕੇਸ ਜਿਹੜੇ ਸਾਡੇ ਸਾਹਮਣੇ ਆਏ ਆ। ਬੰਦੇ ਨੇ ਸਾਰਾ ਦਿਨ ਕੰਮ ਕਰਕੇ ਆਉਣਾ, ਰੋਜ਼ ਹੱਸਦਾ ਬੰਦਾ ਤੁਹਾਨੂੰ ਕਦੇ ਨਹੀਂ ਮਿਲ ਸਕਦਾ। ਬੱਦਲ ਨੇ ਵੀ ਆਉਣਾ ਗਾ, ਧੁੱਪ ਨੇ ਵੀ ਆਉਣਾ, ਛਾਂ ਨੇ ਵੀ ਆਉਣਾ, ਕਈ ਤਰ੍ਹਾਂ ਦੇ ਮੌਸਮ ਨੇ, ਐਵੇਂ ਜਿਵੇਂ ਬੰਦਾ ਗਾ। ਹੁਣ ਬੰਦਾ ਆਇਆ ਤੇ ਅੱਜ ਉਹਦੇ ਤੋਂ ਗ੍ਰਸਤ ਠੀਕ ਨਹੀਂ ਹੋਇਆ ਤੇ ਲੇਡੀਜ਼ ਦੇ ਇੱਕੋ ਬੋਲ ਬੋਲਿਆ ਹੋਇਆ ਵੀ ਜੇ ਤੇ ਤੋਂ ਹੁੰਦਾ ਕੁਛ ਨਹੀਂ ਤੇ ਫਿਰ ਮੈਨੂੰ ਕਾਹਦੇ ਵਾਸਤੇ ਛੇੜਦਾ ਜਾਂ ਹੱਥ ਲਾਉਣਾ ਹੈ। ਹੁਣ ਇਹ ਸ਼ਬਦ ਜਿਹੜਾ ਗਾ, ਜਾਂ ਤਾਂ ਵਾਈਫ ਨੂੰ ਸਮਝ ਹੋਵੇ ਵੀ ਰਹਿਣਾ ਤਾਂ ਇਸੇ ਬੰਦੇ ਦੇ ਨਾਲ ਹੀ ਆ ਨਾ, ਜਾਣਾ ਕਿੱਥੇ ਹੈ। ਉਹ ਇੰਨਾ ਕੁ ਸ਼ਬਦ ਬੋਲਿਆ, ਵਾਈਫ ਨੇ ਬੋਲਤਾ, ਬੰਦੇ ਸੌਂ ਗਏ, ਗੱਲ ਖਤਮ ਹੋ ਗਈ। ਲੇਕਿਨ ਅਗਲੇ ਦਿਨ ਤੋਂ ਉਹ ਬੰਦੇ ਦੇ ਦਿਮਾਗ 'ਤੇ ਰੀਲ ਚੱਲ ਪਈ ਕਿ ਯਾਰ ਮੇਰੇ ਤੋਂ ਜਿਹੜੇ ਸ਼ਬਦ ਨੇ ਬੋਲੇ ਆ, ਹੁਣ ਮੈਨੂੰ ਕੀ ਕਰਨਾ ਚਾਹੀਦਾ। ਦੂਸਰੀ ਗੱਲ ਹੈ ਕਿ ਜਦੋਂ ਗ੍ਰਸਤ ਹੋ ਗਿਆ, ਜਿਹੜਾ ਕੰਮ ਹੋ ਗਿਆ, ਜੇ ਕਿਤੇ 15-20 ਮਿੰਟ ਉਸ ਟਾਈਮ ਆਪਾਂ ਸਾਇਲੈਂਟ ਰਹਿ ਲਈਏ ਵੀ ਕੋਈ ਗੱਲ ਨਹੀਂ, ਅੱਜ ਠੀਕ ਨਹੀਂ ਹੋਇਆ ਤਾਂ ਕੱਲ੍ਹ ਨੂੰ ਠੀਕ ਕਰ ਲਾਂਗੇ। ਆਪਾਂ ਕਿਹੜਾ ਬੀਕਾਨੇਰ ਚੱਲੇ ਹੁਣ ਛੱਡ ਕੇ ਇੱਥੋਂ ਸਾਰਾ ਕੁਛ, ਰਹਿਣਾ ਤਾਂ ਇਕੱਠੇ ਹੀ ਆ ਨਾ। ਜਿਨ੍ਹਾਂ ਲੋਕਾਂ ਨੂੰ ਗ੍ਰਸਤੀ ਦੀ ਜਾਂਚ ਆ ਗਈ ਵੀ ਸਦਾ ਇੱਕੋ ਜਿਹੇ ਦਿਨ ਨਹੀਂ ਰਹਿੰਦੇ, ਉਹਨਾਂ ਲੋਕਾਂ 'ਚ ਕਲੇਸ਼ ਘੱਟ ਆ ਅਤੇ ਪ੍ਰੇਮ ਜ਼ਿਆਦਾ ਹੈ। ਜਿਹੜੇ ਲੋਕ ਇਕੱਲੀ ਗ੍ਰਸਤੀ ਵਾਲੇ ਪਾਸੇ ਨੂੰ ਹਾਵੀ ਹੋ ਗਏ, ਦਿਮਾਗ 'ਤੇ ਚੱਲ ਪਏ ਵੀ ਮੈਂ ਵਾਈਫ ਕੋਲ ਜਾਣਾ, ਖਾਣੀਆਂ ਵੀ ਗੋਲੀਆਂ ਨੇ, ਨਸ਼ਾ ਵੀ ਕਰਨਾ ਗਾ, ਡੋਡੇ ਖਾ ਲਏ, ਕੋਈ ਹੋਰ ਚੀਜ਼ ਖਾ ਲਈ, ਨਸ਼ਾ ਕਰਕੇ ਗ੍ਰਸਤ ਦਾ ਟਾਈਮ ਵਧਾਉਣ ਲੱਗੇ ਆ, ਉਹ ਫਿਰ ਇੱਕ ਚਮਚੇ ਤੋਂ ਸ਼ੁਰੂ ਹੋਏ ਨੇ ਤੇ ਲੀਟਰ ਤੱਕ ਟਾਈਮ ਵੀ ਵਧਾਈ ਜਾਂਦੇ। ਫੀਮ ਦੀ ਮੂੰਗੀ ਜਿੰਨੀ ਗੋਲੀ ਤੋਂ ਖਾਣੇ ਸ਼ੁਰੂ ਹੋਏ ਆ ਤੇ ਬੰਟਾਂ ਤੱਕ ਪਹੁੰਚ ਗਏ। ਇਸ ਕਰਕੇ ਇਹ ਚੀਜ਼ ਨੂੰ ਸਮਝਣਾ ਪੈਣਾ, ਜਦੋਂ ਗ੍ਰਸਤ ਵਾਲੇ ਪਾਸੇ ਨੂੰ ਜਿਹੜਾ ਕਲੇਸ਼ ਹੈ ਉਹ ਕਿਉਂ ਹੋ ਰਿਹਾ ਔਰ ਕਿਹਦੀ ਗਲਤੀ ਨਾਲ ਹੋ ਰਿਹਾ। ਜਦੋਂ ਆਪਾਂ ਉਹਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਸਾਰੇ ਪਰਿਵਾਰ ਸਮਝ ਵੀ ਜਾਂਦੇ ਆ, ਪਰ ਲੇਕਿਨ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਬੰਦਿਆਂ 'ਚ ਨੁਕਸ ਪਾਏ ਗਏ ਆ, ਉਹ ਇੱਕੋ ਨੁਕਸ ਹੈ ਕਿ ਬੰਦਾ ਜਿਹੜਾ, ਇਹੋ ਜਿਹੇ ਵੀ ਮੈਂ ਬੰਦੇ ਦੇਖੇ ਆ ਜਿਨ੍ਹਾਂ ਨੂੰ ਸਿਰਫ ਵਾਈਫ ਦੇ 2 ਬੋਲ ਬੋਲਤੇ ਕਿ ਤੁਹਾਡੇ ਤੋਂ ਕੁਛ ਨਹੀਂ ਹੁੰਦਾ, ਜਾਂ ਤੁਸੀਂ ਨਮਰਦ ਹੋ, ਜਾਂ ਵਿਆਹ ਤੋਂ ਪਹਿਲਾਂ ਤੁਹਾਡਾ ਕੋਈ ਰਿਲੇਸ਼ਨ ਹੋਊ, ਜਾਂ ਫੋਨ 'ਤੇ ਜਿਹੜਾ ਅੱਜ ਕੱਲ੍ਹ ਆਪਣਾ ਪਹਿਲਾਂ ਹੀ ਲੱਗ ਜਾਂਦੇ ਆ। ਹਜ਼ਾਰਾਂ ਬੰਦੇ ਮੈਂ ਗ੍ਰਸਤੀ ਜ਼ਿੰਦਗੀ ਉਹਨਾਂ ਦੀ ਖਰਾਬ ਦੇਖੀ ਹੈ ਜਿਹੜੇ ਲਿਵਿੰਗ ਰਿਲੇਸ਼ਨ 'ਚ ਰਹਿੰਦੇ ਆ। ਇਹ ਨਵਾਂ ਹੀ ਫਾਰਮੂਲਾ ਪਤਾ ਨਹੀਂ ਕਿੱਥੋਂ ਆ ਵੜਿਆ ਸਾਡੇ ਕੋਲ। ਜਿਹੜੇ ਬੰਦੇ ਨਾਲ ਗੱਲ ਕਰ ਲਓ, ਮੈਂ ਜੀ ਲਿਵਿੰਗ ਰਿਲੇਸ਼ਨ 'ਚ ਰਹਿਣਾ, ਅਤੇ ਜਿਹੜੇ ਬੰਦੇ ਨੇ ਲਿਵਿੰਗ ਰਿਲੇਸ਼ਨ 'ਚ ਰਹਿ ਕੇ ਪਹਿਲਾਂ ਹੀ ਕਾਰਤੂਸ ਚਲਾਤੇ ਅਤੇ ਹੁਣ ਪਿਸਤੌਲ ਕਿੱਥੋਂ ਚੱਲੇ। ਹਾਲਾਤ ਤਾਂ ਇਹ ਆ ਵੀ ਉਹ ਇੰਨੇ ਤਰ੍ਹਾਂ ਦੇ ਲਿਵਿੰਗ ਰਿਲੇਸ਼ਨ 'ਚ ਰਹਿ ਲਿਆ ਅਤੇ ਹੁਣ ਉਹਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਿਹੜਾ ਰਿਲੇਸ਼ਨ ਇੱਥੇ ਅਪਣਾਉਣਾ ਹੈ ਅਤੇ ਕਿਹੜਾ ਨਹੀਂ ਅਪਣਾਉਣਾ। ਜਿਹੜੇ ਲੋਕਾਂ ਤੋਂ ਗ੍ਰਸਤ ਦੀ ਜਾਣਕਾਰੀ ਪੂਰੀ ਨਹੀਂ ਸੀਗੀ, ਉਹ ਇਸ ਚੱਕਰ ਦੇ ਵਿੱਚ ਉਲਝ ਗਏ ਅਤੇ ਉਲਝਦੇ ਇੱਥੇ ਤੱਕ ਉਲਝ ਗਏ ਵੀ ਅੱਜ ਗ੍ਰਸਤੀ ਜ਼ਿੰਦਗੀ ਚਲਾਉਣੀ ਔਖੀ ਹੈ। ਸਾਊ ਬੰਦੇ ਜਿਹੜੇ ਹੈਗੇ ਆ, ਉਹ ਜਿਨ੍ਹਾਂ ਨੇ ਅੱਜ ਤੱਕ ਗ੍ਰਸਤ ਨਹੀਂ ਕੀਤਾ ਅਤੇ ਉਹ ਹੱਥ ਰੱਸੀ ਨਾਲ ਸਵਾਦ ਲੈ ਕੇ ਕੰਮ ਕਰੀ ਜਾਂਦੇ ਆ। ਇਸ ਲਈ ਇਸ ਚੀਜ਼ ਦੀ ਨੌਲੇਜ ਸਾਡੇ ਜੰਮਦੇ ਬੱਚਿਆਂ ਨੂੰ ਹੋਣੀ ਚਾਹੀਦੀ ਹੈ। 15 ਸਾਲ ਤੋਂ ਬਾਅਦ ਨੌਜਵਾਨ ਬੱਚਾ, ਖਾਸ ਕਰਕੇ ਮੈਂ ਪੇਰੈਂਟਸ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਹਾਡੇ ਬੱਚੇ ਨੂੰ ਜਦੋਂ ਤੁਸੀਂ ਉਂਗਲ ਫੜਨ ਤੋਂ ਲੈ ਕੇ 20 ਸਾਲ ਤੱਕ ਤਾਂ ਉਹਦੇ ਮੋਢੇ 'ਤੇ ਹੱਥ ਰੱਖ ਕੇ ਲਿਆਏ ਹੋ, ਫਿਰ ਇੱਥੇ ਆ ਕੇ ਚੂਕ ਕਾਹਤੋਂ ਹੋ ਗਈ, ਇੱਥੇ ਆ ਕੇ ਕਿਵੇਂ ਚੂਕ ਗਿਆ ਸੀ ਜਿੱਥੋਂ ਉਹਦੀ ਜ਼ਿੰਦਗੀ ਦਾ ਪੜਾਅ ਸ਼ੁਰੂ ਹੋਣਾ ਸੀਗਾ। ਇੱਥੇ ਤਾਂ ਉਹਦੀ ਬਹੁਤੀ ਜ਼ਿਆਦਾ ਲੋੜ ਸੀ ਵੀ ਪੁੱਤਰ, ਜੇ ਤੇਰੀ 18 ਸਾਲ ਦੀ ਉਮਰ ਆ, ਤੈਨੂੰ ਜੇ ਕੋਈ ਐਸੀ ਪ੍ਰੋਬਲਮ ਹੋ ਗਈ ਤਾਂ ਤੂੰ ਜ਼ਰੂਰ ਧਿਆਨ ਰੱਖੀ, ਮੈਨੂੰ ਦੱਸਣਾ ਗਾ, ਆਪਾਂ ਦਵਾਈ ਲੈ ਸਕਦੇ ਹਾਂ, ਸਲਾਹ ਲੈ ਸਕਦੇ ਹਾਂ, ਡਾਕਟਰ ਨੂੰ ਮਿਲ ਸਕਦੇ ਹਾਂ, ਕਿਸੇ ਵੈਦ ਹਕੀਮ ਨੂੰ ਮਿਲ ਸਕਦੇ ਹਾਂ। ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੈ। ਜਿਹੜੇ ਬੱਚੇ ਮਾਂ ਬਾਪ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ, ਜ਼ਿਆਦਾਤਰ ਮੈਂ ਲੋਕ ਦੇਖੇ ਉਹ ਪਛਤਾਉਂਦੇ ਆ ਜੀ। ਹਾਂਜੀ ਵੈਦ ਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਹੱਲ ਵੀ ਤਾਂ ਤੁਸੀਂ ਸੁਝਾਉਣੇ ਹੋ, ਜਿਹੜੇ ਇਸ ਤਰ੍ਹਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਏ, ਸਰੀਰਕ ਤੌਰ 'ਤੇ, ਗ੍ਰਸਤੀ ਤੌਰ 'ਤੇ ਬਿਮਾਰ ਹੋਏ ਲੋਕ ਤੁਹਾਡੇ ਕੋਲ ਆਉਂਦੇ ਨੇ, ਫਿਰ ਕੀ ਫਾਰਮੂਲਾ ਤੁਸੀਂ ਉਹਨਾਂ ਨੂੰ ਦਿੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਫਰੂਕੀ ਸਾਹਿਬ ਇੱਕ ਗੱਲ ਸਮਝਣੀ ਪੈਣੀ ਹੈ, ਜਿਹੜੇ ਲੋਕ ਜ਼ਿਆਦਾਤਰ ਸਾਡੇ ਕੋਲ ਆਉਂਦੇ ਆ, ਜਿਵੇਂ ਹੁਣ ਤਾਂ ਸੀਜ਼ਨ ਹੀ ਲੱਗ ਗਿਆ,
ਲੋਕ ਇਸ ਸਰਦੀ ਜਿਹੜੇ ਜ਼ਿਆਦਾਤਰ ਕੈਨੇਡਾ ਅਮਰੀਕਾ ਤੋਂ ਵਿਆਹ ਕਰਾਉਣ ਆਏ ਵੈਸੇ ਸਭ ਮਹੀਨੇ ਤੱਕ ਵਿਆਹ ਗਾ ਜਾਂ ਆਮ ਤੌਰ 'ਤੇ ਦਵਾਈ ਲੈਣੀ। ਮੈਂ ਸਮਝਦਾ ਕਿ ਤੁਸੀਂ ਦਵਾਈ ਲੈ ਕੇ ਜ਼ਿੰਦਗੀ ਜਿਉਣੀ ਕਿੰਨੇ ਦਿਨ ਹੈ। ਤੁਹਾਨੂੰ ਸਵਾਲ ਤਾਂ ਇਹ ਮੇਰਾ ਦਵਾਈ ਵੇਚਣ ਦਾ ਮਸਲਾ ਹੈ ਹੀ ਨਹੀਂ। ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਇਹ ਮੌਕਾ ਹੀ ਤੁਹਾਨੂੰ, ਮੈਂ ਵੀ ਨਹੀਂ, ਤੁਹਾਨੂੰ ਕੋਈ ਵੀ ਡਾਕਟਰ ਵੈਦ ਇਹ ਮੌਕਾ ਕਿਉਂ ਦੇਵੇ ਵੀ ਤੁਸੀਂ ਆਪਣੇ ਕੱਪੜੇ ਲਹਾਓ। ਅਸੀਂ ਹੱਥ ਰੱਸੀ ਕਰੀਏ ਹੀ ਕਿਉਂ? ਮੈਂ ਲੋਕਾਂ ਨੂੰ ਸਵਾਲ ਇਹ ਕਰਦਾ ਵੀ ਪਹਿਲਾਂ ਹੱਥ ਰੱਸੀ ਕਰ ਇੰਦਰੀ ਬੇਂਗੀ ਕਰ ਲਈ ਤਾਂ ਹੁਣ ਸਿੱਧੀ ਕਰਨ ਦਾ ਫਾਰਮੂਲਾ ਡਾਕਟਰ ਤੋਂ ਲੱਭੀ ਜਾਂਦੇ ਹਾਂ ਅਤੇ ਫਿਰ ਪੈਸੇ ਬਰਬਾਦ ਕਰ ਰਹੇ ਹਾਂ। ਅਸੀਂ ਇਹ ਫਾਰਮੂਲਾ ਕਰੀਏ, ਅਸੀਂ ਆਪਣੀ ਦਾੜੀ ਕਿਸੇ ਦੇ ਹੱਥ 'ਚ ਫੜਾਈਏ ਕਿਉਂ? ਅਸੀਂ ਖੁਦ ਇੰਨੇ ਸੂਝਵਾਨ ਹੋ ਜਾਈਏ, ਆਪਣੇ ਸਰੀਰ ਨੂੰ ਬਲਵਰਧਕ ਬਣਾਈਏ, ਤਾਕਤਵਰ ਬਣਾਈਏ। ਦੂਜੀ ਗੱਲ, ਜੇ ਕਿਤੇ ਗਲਤੀ ਹੋ ਗਈ ਤਾਂ ਉਹ ਗਲਤੀ ਤੋਂ ਇੱਥੇ ਤੱਕ ਨਾ ਸਮਝੋ ਕਿ ਇਹ ਠੀਕ ਨਹੀਂ ਹੋ ਸਕਦੀ, ਪਰ ਉਹ ਗਲਤੀ ਛੱਡਣੀ ਤਾਂ ਪੈਣੀ ਹੈ ਨਾ। ਜੇ ਅਸੀਂ ਗਲਤੀ ਵੀ ਨਹੀਂ ਛੱਡਦੇ ਅਤੇ ਦਵਾਈ ਵੀ ਲਈ ਜਾਂਦੇ ਹਾਂ ਅਤੇ ਫਿਰ ਸਾਨੂੰ ਮਾਰਨ ਵਾਲਾ ਹੋਰ ਤਾਂ ਕੋਈ ਹੈ ਹੀ ਨਹੀਂ, ਅਸੀਂ ਆਪੇ ਹੀ ਮਰ ਜਾਣਾ ਗਾ। ਇੱਕ ਫਾਰਮੂਲਾ ਜਿਹੜਾ ਸਭ ਤੋਂ ਜ਼ਰੂਰੀ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਅਗਰ ਵੀਰਜ ਤੁਸੀਂ ਨਹੀਂ ਡੋਲਣੋਂ ਹਟੋਗੇ, ਵੱਡੀ ਉਮਰ ਤੱਕ ਵੀ ਜਿਨ੍ਹਾਂ ਨੇ ਜਾਂ ਬਚਪਨ 'ਚ ਜਿਨ੍ਹਾਂ ਨੇ ਵੀਰਜ ਡੋਲਿਆ, 35-40 ਸਾਲ 45 ਸਾਲ ਦੀ ਉਮਰ 'ਚ ਇੰਨੇ ਕੁ ਕੇਸ ਸਾਡੇ ਕੋਲ ਆਏ ਆ ਜਿਨ੍ਹਾਂ ਦਾ ਸੀਮਨ ਨਿਕਲਣੋਂ ਬੰਦ ਹੋ ਗਿਆ, ਵੀਰਜ ਹੀ ਨਹੀਂ ਨਿਕਲ ਰਿਹਾ, ਵੀਰਜ ਬਣ ਹੀ ਨਹੀਂ ਰਿਹਾ। ਅਤੇ ਜਿਹੜਾ ਵੀਰਜ ਬਣਦਾ ਵੀ ਹੈ ਉਹ ਪਾਣੀ ਵਰਗਾ ਵੀਰਜ ਨਿਕਲ ਹੀ ਜਾਂਦਾ ਗਾ। ਅਗਰ ਵੀਰਜ ਅੱਜ ਤੁਸੀਂ ਕੱਢਦੇ ਹੋ, ਤੁਸੀਂ ਡਿਸਚਾਰਜ ਹੁੰਦੇ ਹੋ ਅਤੇ 5ਵੇਂ ਦਿਨ ਤੁਹਾਡਾ ਵੀਰਜ ਬਣਦਾ, ਅਤੇ ਜਿਹੜੇ ਬੰਦੇ ਇੱਕ ਦਿਨ 'ਚ 3 ਵਾਰੀ ਵੀਰਜ ਡੋਲੀ ਜਾਂਦੇ ਆ, ਉਹ ਕਿਹੜਾ ਟੁੱਲੂ ਪੰਪ ਜਾਂ ਖੂਹ ਲਾਇਆ ਹੋਇਆ ਉਹਨਾਂ ਨੇ ਵੀ ਇੰਨਾ ਵੀਰਜ ਬਣੀ ਜਾਂਦਾ ਗਾ। ਇਹ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪੈਣਾ, ਸੂਝਵਾਨ ਬਣਨਾ ਪੈਣਾ ਕਿ ਜਿਸ ਵੀਰਜ ਨੇ ਸਾਨੂੰ ਸ਼ਕਤੀ ਦੇਣੀ ਹੈ, ਤਾਕਤ ਦੇਣੀ ਹੈ, ਬਲਵਰਧਕ ਬਣਨਾ ਗਾ, ਉਹ ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ। ਜੇ ਤੁਸੀਂ ਵਿਆਹ ਕਰਾਉਣਾ ਹੈਗਾ ਤਾਂ ਵਿਆਹ ਤੋਂ ਪਹਿਲਾਂ 2-3-4 ਮਹੀਨੇ ਪਹਿਲਾਂ ਕਿਹੜੀਆਂ ਚੀਜ਼ਾਂ ਨੇ ਜੀ? ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲਗਾਤਾਰ ਡਾਈਟ ਦੇ ਵਿੱਚ ਲੈਣੀਆਂ ਚਾਹੀਦੀਆਂ ਨੇ। ਜਿਵੇਂ ਮੈਂ ਜ਼ਿਆਦਾਤਰ ਲੋਕਾਂ ਨੂੰ 40-45 ਸਾਲ ਦਿਆਂ ਨੂੰ ਬੇਨਤੀ ਕਰਦਾ ਕਿ ਲੱਸੀ, ਦਹੀਂ, ਦੁੱਧ ਅਤੇ ਦਾਲ, ਇਹ 4 ਚੀਜ਼ਾਂ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਹੁਣ ਬਹੁਤੇ ਬੰਦੇ ਕਹਿੰਦੇ ਜੀ ਮੈਂ ਤਾਂ ਰਾਤ ਨੂੰ ਲੱਸੀ ਪੀ ਜਾਂਦਾ। ਲੱਸੀ ਅਤੇ ਦਹੀਂ ਤਰ ਗਰਮ ਆ ਕਿਉਂਕਿ ਉਹਦੇ 'ਚ ਪ੍ਰੀਬਾਇਓਟਿਕ ਸੈੱਲ ਆ। ਦੁੱਧ ਜਿਹੜਾ ਸ਼ਕਤੀਦਾਇਕ ਹੈ ਲੇਕਿਨ ਉਹ 'ਚ ਡਾਇਆ ਅਤੇ ਯੂਰੀਆ। ਪਰ ਜੇ ਤੁਸੀਂ ਦੁੱਧ ਵੀ ਪੀਣਾ ਹੈ ਤਾਂ ਜੇ ਸਰਦੀ ਪੀਣਾ ਜਾਂ ਤਾਂ ਉਹ 'ਚ 1 ਚਮਚਾ ਸ਼ਹਿਦ ਪਾ ਕੇ ਪੀਤਾ ਜਾਵੇ ਅਤੇ ਜਾਂ ਫਿਰ ਕੇਸਰ ਦੀਆਂ 4-5-10 ਧੁਰੀਆਂ ਪਾ ਕੇ ਪੀਤੀਆਂ ਜਾਣ, ਨਾਲ ਦੁੱਧ ਦੇ ਗਲਾਸ ਦੇ 4 ਖਜੂਰਾਂ ਖਾਧੀਆਂ ਜਾਣ, ਹੈ ਨਾ ਜੀ। ਉਹ ਸਾਰੀਆਂ ਡਾਈਟ ਨੇ। ਫਿਰ ਕੁਆਰਾ ਬੰਦਾ ਹੁਣ ਖਜੂਰਾਂ ਖਾਈ ਜਾਂਦਾ ਤਾਂ ਉਹਨੂੰ ਰਾਤ ਨੂੰ ਸੁਪਨਦੋਸ਼ ਹੋਈ ਜਾਂਦਾ। ਖਜੂਰ ਬਲਵਰਧਕ ਆ, ਉਹ ਕੁਆਰੇ ਨੂੰ ਨਹੀਂ ਖਾਣੀ ਚਾਹੀਦੀ। ਫਿਰ ਦੁੱਧ ਆ ਜਿਹੜਾ, ਜੇ ਕੁਆਰਾ ਬੱਚਾ ਉਹਨੂੰ ਸਵੇਰੇ ਚਾਹੀਦਾ, ਕੈਲਸ਼ੀਅਮ ਦੀ ਮਾਤਰਾ ਵਧੇ, ਰਾਤ ਨੂੰ ਦੁੱਧ ਪੀ ਜਾਂਦਾ ਤਾਂ ਉਹਦੇ ਨਾਲ ਸੁਪਨਦੋਸ਼ ਹੋਈ ਜਾਂਦਾ। ਦਾਲ ਬਜ਼ੁਰਗਾਂ ਨੂੰ 40 ਸਾਲ ਤੋਂ ਬਾਅਦ ਨਹੀਂ ਖਾਣੀ ਚਾਹੀਦੀ ਕਿਉਂਕਿ ਉਹਦੇ 'ਚ ਪ੍ਰੋਟੀਨ ਹੁੰਦਾ, ਉਹਦੇ ਨਾਲ ਗੋਡੇ ਦੁਖੀ ਜਾਂਦੇ, ਗੋਡੇ ਕਾਰਟਰੇਜ ਵਧਾਈ ਜਾਂਦਾ, ਯੂਰਿਕ ਐਸਿਡ ਵਧੀ ਜਾਂਦਾ, ਤਾਂ ਬਿਮਾਰ ਹੋਈ ਜਾਂਦੇ ਆ। ਇਸ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਖਾਣੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਖਾਣੀਆਂ। ਉਹ ਵੀ ਇੱਕ ਡਾਈਟ ਅਤੇ ਉਹ ਵੀ ਕਿਤੇ ਨਾ ਕਿਤੇ ਕਲੇਸ਼ ਦਾ ਘਰ ਨਾ ਹੋਵੇ। ਜਾਨ ਹੋਊਗੀ ਅਤੇ ਤਾਂ ਅਸੀਂ ਘਰ ਦਾ ਅਤੇ ਗ੍ਰਸਤ ਦਾ ਆਨੰਦ ਮਾਣ ਸਕਦੇ ਹਾਂ, ਅਤੇ ਜੇ ਜਾਨ ਹੀ ਹੈ ਨਹੀਂ ਤਾਂ ਉਹਦਾ ਨਾ ਗ੍ਰਸਤ ਦਾ ਆਨੰਦ ਰਹਿਣਾ ਅਤੇ ਨਾ ਘਰ ਦਾ ਆਨੰਦ ਰਹਿਣਾ ਸਾਡੀ ਜ਼ਿੰਦਗੀ 'ਚ। ਫਿਰ ਵੈਜੀ ਜਾਂਦੇ ਇੱਕ ਆਖਰੀ ਸਵਾਲ ਤੁਹਾਡੇ ਤੱਕ ਇਹ ਹੈ ਕਿ ਆਪਣੇ ਘਰ ਨੂੰ ਅਸੀਂ ਸਵਰਗ ਕਿਵੇਂ ਬਣਾ ਸਕਦੇ ਹਾਂ? ਸਾਰੇ ਹਾਲਾਤ, ਜੋ ਹਾਲਾਤ ਤੁਸੀਂ ਦੱਸੇ ਨੇ, ਕਿੱਦਾਂ ਦੇ ਹਾਲਾਤ ਨੇ, ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਿਆ ਕਿਵੇਂ ਜਾਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਕੰਪਰੋਮਾਈਜ਼ ਜ਼ਰੂਰੀ ਹੈ। ਜੇ ਬੰਦਾ ਕਮਜ਼ੋਰ ਹੈ, ਜਿਹਦੇ ਨਾਲ ਆਨੰਦ ਕਾਰਜ ਹੋ ਗਏ, ਆਪਾਂ ਲਾੜੀ ਲੱਗ ਗਏ, ਤਾਂ ਉਹਦੇ ਨਾਲ ਕੰਪਰੋਮਾਈਜ਼ ਕੀਤਾ ਜਾ ਸਕਦਾ ਹੈ। ਔਰਤਾਂ ਨੂੰ ਵੀ ਚਾਹੀਦਾ ਹੈ, ਖਾਸ ਕਰਕੇ ਲੇਡੀਜ਼ ਨੂੰ ਵੀ ਚਾਹੀਦਾ ਕਿ ਬਹੁਤ ਬੰਦੇ ਘਰ ਦੇ ਵਾਈਫ ਦੇ ਬੋਲੇ ਹੋਏ ਸ਼ਬਦਾਂ ਕਰਕੇ ਡਿਸਟਰਬ ਨੇ। ਅਗਰ ਕੋਈ ਬੰਦਾ ਕਮਜ਼ੋਰ ਹੈ ਤਾਂ ਤੁਹਾਨੂੰ ਦੋਨਾਂ ਨੂੰ ਰਲ ਕੇ ਕੋਈ ਨਾ ਕੋਈ ਦਵਾਈ ਦਾ ਹੀਲਾ ਕਰਨਾ ਚਾਹੀਦਾ, ਕੰਪਰੋਮਾਈਜ਼ ਕਰਨਾ ਚਾਹੀਦਾ ਔਰ ਸਮਝਣਾ ਚਾਹੀਦਾ ਇੱਕ ਦੂਸਰੇ ਨੂੰ ਕਿ ਇਕੱਲੀ ਗ੍ਰਸਤੀ ਕਰਕੇ ਜ਼ਿੰਦਗੀ ਨਹੀਂ ਚੱਲਦੀ। ਦੂਸਰੀ ਗੱਲ ਆ ਬੰਦੇ ਦੀ ਕਿ ਉਹ ਵੀ ਇੰਨਾ ਕੈਪੇਬਲ ਬਣ ਜੇ, ਇੰਨਾ ਤੰਦਰੁਸਤ ਬਣ ਜੇ, ਇੰਨਾ ਸੂਝਵਾਨ ਬਣ ਜੇ, ਇੰਨਾ ਸਮਝਦਾਰ ਬਣ ਜੇ ਕਿ ਉਹ ਆਪਣੇ ਪਰਿਵਾਰ ਤੋਂ ਬਿਨਾਂ ਬਹੁਤਿਆਂ ਥਾਵਾਂ ਦੇ ਉੱਤੇ ਲਿਵਿੰਗ ਰਿਲੇਸ਼ਨ ਦੇ ਚੱਕਰ 'ਚ ਨਾ ਪਵੇ। ਇਹ ਨਾ ਹੋਵੇ ਕਿ ਉਹ ਪਹਿਲਾਂ ਹੀ ਉਹਨੂੰ ਇੰਨੇ ਤਰ੍ਹਾਂ ਦੇ ਟੇਸਟ ਪਤਾ ਲੱਗ ਜਾਣ। ਬਹੁਤੇ ਤਰ੍ਹਾਂ ਦੀ ਗੋਭੀ ਖਾਣ ਵਾਲੇ ਨੂੰ ਨਾ ਜੀ ਫਿਰ ਘਰ ਦੀ ਗੋਭੀ ਸਵਾਦ ਲੱਗਣੋਂ ਹਟ ਜਾਂਦੀ ਹੈ। ਜਿਹੜਾ ਬੰਦਾ ਬਹੁਤੇ ਤਰ੍ਹਾਂ ਦੇ ਚਟਪਟੇ ਭੋਜਨ, ਮੇਰੀ ਗੱਲ ਨੂੰ ਸਮਝ ਜਾਣਾ ਲੋਕਾਂ ਨੇ, ਜਿਹੜਾ ਬਹੁਤੇ ਤਰ੍ਹਾਂ ਦੇ ਪਦਾਰਥ ਖਾਣ ਲੱਗ ਜੇ ਨਾ ਜੀ, ਉਹਨੂੰ ਚੰਟੂ ਕਹਿਣ ਲੱਗ ਜਾਂਦੇ ਆ। ਠੀਕ ਹੈ ਨਾ ਜੀ। ਆਪਾਂ ਉਸ ਪਰਿਵਾਰ 'ਚ ਜਦੋਂ ਗ੍ਰਸਤੀ ਜ਼ਿੰਦਗੀ 'ਚ ਆ ਜਾਂਦੇ ਹਾਂ,
ਤਾਂ ਸਾਡੀਆਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਨੇ ਜਿਨ੍ਹਾਂ 'ਚ ਸਾਨੂੰ ਰਹਿਣਾ ਚਾਹੀਦਾ। ਜਿੰਨਾ ਸਿਮਨ ਤੁਸੀਂ ਡੋਲਦੇ ਹੋ, ਜਿੰਨਾ ਸਿਮਨ ਤੁਸੀਂ ਕੱਢਦੇ ਹੋ, ਜਾਂ ਜਿੰਨਾ ਤੁਸੀਂ ਗ੍ਰਸਤ ਕਰਨਾ ਚਾਹੁੰਦੇ ਹੋ, ਉਹਦੇ ਲਈ ਗ੍ਰਸਤ ਦੇ ਵਿੱਚ ਆਨੰਦ ਭੋਗਣ ਲਈ ਵੀਰਜ ਬਣਾਉਣਾ ਜ਼ਰੂਰੀ ਹੈ, ਅਤੇ ਵੀਰਜ ਦੀਆਂ ਦਵਾਈਆਂ ਖਾਣੀਆਂ ਜ਼ਰੂਰੀ। ਉਹ ਦਵਾਈ ਨਹੀਂ, ਉਹ ਡਾਈਟ ਹੈ। ਪਰ ਉਹ ਕਿਹੜੀ ਡਾਈਟ ਹੈ ਅਤੇ ਕਿਹੜੀ ਉਮਰ ਦੇ ਨੇ ਖਾਣੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਹੈ ਕਲੇਸ਼, ਜਿਹੜੀ ਗੱਲ ਤੋਂ ਹੈ, ਖਾਸ ਕਰਕੇ ਮੈਂ ਲੋਕਾਂ ਦੇ ਚਾਹੁੰਦਾ ਵੀ ਬਾਕੀ ਚਾਹੇ ਜਾਇਦਾਦਾਂ ਕਰਕੇ ਹੋਰ ਚੀਜ਼ਾਂ ਕਰਕੇ ਲੜੋ, ਪਰ ਇਕੱਲੇ ਗ੍ਰਸਤ ਨੂੰ ਲੈ ਕੇ ਬਿਲਕੁਲ ਨਾ ਲੜੋ। ਅੱਜ ਬੰਦਾ ਕਮਜ਼ੋਰ ਹੈ, ਕੱਲ੍ਹ ਨੂੰ ਤਾਕਤਵਰ ਹੋ ਸਕਦਾ ਹੈ, ਬਲਵਰਧਕ ਹੋ ਸਕਦਾ ਹੈ। ਕਿਸੇ ਦੇ 2 ਸਾਲ ਬੱਚਾ ਨਹੀਂ ਹੋਇਆ ਤਾਂ ਐਵੇਂ ਹੀ ਇਸ ਪਾਸੇ ਨਾ ਤੁਰੋ ਵੀ ਬੱਚਾ ਨਹੀਂ ਹੋਇਆ, 4 ਸਾਲ ਨਿਆਣਾ ਨਹੀਂ ਹੋਇਆ ਤਾਂ ਇਸ ਪਾਸੇ ਨਾ ਤੁਰੋ ਵੀ ਇਹਦੇ ਬੱਚਾ ਨਹੀਂ ਹੋ ਰਿਹਾ, ਕੋਈ ਦਵਾਈ ਨਹੀਂ ਲੈਣੀ। ਜੇ ਦਵਾਈ ਲੈਣੀ ਹੈ ਤਾਂ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਾਹਦੀ ਹੈ। ਕਈ ਵਾਰੀ ਕਰਮਾਂ 'ਚ ਹੀ ਬੱਚਾ ਆਪਣੇ ਲੇਟ ਲਿਖਿਆ ਹੁੰਦਾ। ਮੇਰਾ ਜਨਮ ਹੋ ਸਕਦਾ 7 ਸਾਲ ਬਾਅਦ ਹੋਇਆ ਅਤੇ ਮੇਰੇ ਬੱਚੇ ਦਾ 7 ਸਾਲ ਬਾਅਦ ਹੀ ਬੇਟਾ ਹੋਣਾ, ਬੇਟੀ ਹੋਣੀ ਆ। ਇਹ ਸੁਭਾਵਿਕ ਗੱਲ ਵੀ ਹੈ। ਕਈ ਚੀਜ਼ਾਂ ਸਾਨੂੰ DNA 'ਚ ਵੀ ਮਿਲਦੀਆਂ ਨੇ, ਲੇਕਿਨ ਗ੍ਰਸਤ ਜ਼ਿੰਦਗੀ ਜਿਹੜੀ ਆ ਉਹਨੂੰ ਆਨੰਦਮਈ ਜ਼ਿੰਦਗੀ ਜਿਉਣ ਵਾਸਤੇ ਕੰਪਰੋਮਾਈਜ਼ ਜ਼ਰੂਰੀ ਹੈ। ਅੱਛੀ ਜ਼ਿੰਦਗੀ ਜਿਉਣ ਵਾਸਤੇ ਤਾਲਮੇਲ ਜ਼ਰੂਰੀ ਹੈ। ਅਗਰ ਹਸਬੈਂਡ ਵਾਈਫ ਦਾ ਚੰਗਾ ਤਾਲਮੇਲ ਹੈ ਅਤੇ ਦੋਨੇ ਚੀਜ਼ਾਂ ਜਿੱਥੇ ਰਲ ਜਾਂਦੀਆਂ ਨੇ ਉੱਥੇ ਸਤਿਗੁਰੂ ਦੀਆਂ ਬਰਕਤਾਂ ਪੈਣੀਆਂ ਹੋ ਜਾਂਦੀਆਂ ਨੇ, ਚੰਗਾ ਜੀਵਨ ਜਿਉਣਾ ਜਾ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ, ਬਹੁਤ ਕੀਮਤੀ ਜਿਹੜੀਆਂ ਗੱਲਾਂ ਅੱਜ ਤੁਸੀਂ ਸਾਡੇ ਨਾਲ ਸਾਂਝੇ ਕੀਤੀਆਂ ਨੇ, ਔਰ ਹਕੀਕਤ ਟੀਵੀ ਪੰਜਾਬੀ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫਰੂਕੀ ਸਾਹਿਬ, ਤੁਹਾਡਾ ਅਤੇ ਤੁਹਾਡੇ ਸਰੋਤਿਆਂ ਦਾ ਜਿਹੜੇ ਇੰਨਾ ਪਿਆਰ ਕਰਦੇ ਅਤੇ ਤੁਸੀਂ ਇੰਨਾ ਮਾਣ ਬਖਸ਼ਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਇਹ ਸਨ ਵੈਦ ਜਗਦੀਪ ਸਿੰਘ, ਜਿਨ੍ਹਾਂ ਨੇ ਬੜੀਆਂ ਹੀ ਡੂੰਘੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਔਰ ਉਹਨਾਂ ਕਿਹਾ ਕਿ ਜਿਹੜਾ ਬੋਲਾਂ ਦਾ ਸਪਰਸ਼ ਔਰ ਤੁਹਾਡੇ ਦੁਆਰਾ ਬੋਲੇ ਗਏ ਜਿਹੜੀਆਂ ਗੱਲਾਂ ਦੀ ਅਹਿਮੀਅਤ ਕਿੰਨੀ ਹੋ ਸਕਦੀ ਹੈ, ਕਿ ਹਾਲਾਤ ਬਦ ਤੋਂ ਬੱਤਰ ਵੀ ਹੋ ਸਕਦੇ ਨੇ, ਔਰ ਚੰਗੇ ਤੋਂ ਹੋਰ ਜ਼ਿਆਦਾ ਚੰਗੇ ਜਿਹੜੇ ਹਾਲਾਤ ਨੇ ਤੁਹਾਡੇ ਬੋਲ ਨੇ ਜਿਹੜੇ ਉਹ ਬਣਾ ਸਕਦੇ ਨੇ। ਸੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ, ਵੈਦ ਜੀ ਦੇ ਵਿਚਾਰ ਕਿਵੇਂ ਲੱਗੇ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਕਿਸੇ ਨਾ ਕਿਸੇ ਸਮੱਸਿਆ ਸੰਬੰਧੀ ਕੋਈ ਗੱਲਬਾਤ ਤੁਸੀਂ ਕਰਨੀ ਹੈ ਤਾਂ ਫੋਨ ਨੰਬਰ ਜਿਹੜੇ ਵੈਦ ਜੀ ਦੇ ਉਹ ਨੀਚੇ ਸਕਰੋਲ ਦੇ ਉੱਤੇ ਚੱਲ ਰਹੇ ਨੇ, ਤੁਸੀਂ ਉਹਨਾਂ 'ਤੇ ਸੰਪਰਕ ਕਰਕੇ ਵੈਦ ਜੀ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ, ਮੈਨੂੰ ਇਹ ਵੀਡੀਓ ਇੱਥੇ ਹੀ ਖ਼ਤਮ ਕਰਨ ਦੀ ਦਿਓ ਆਗਿਆ। ਧੰਨਵਾਦ।